ਸਤਿ ਸ਼੍ਰੀ ਅਕਾਲ। ਪੰਜਾਬ ਸਟਾਰ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਕਮਲਪ੍ਰੀਤ ਕੌਰ। ਕੇਂਦਰ ਸਰਕਾਰ ਦੇ ਨਾਲ ਕਿਸਾਨ ਜਥੇਬੰਦੀਆਂ ਦੇ ਵਿਚਾਲੇ ਜਿਹੜਾ ਗਤੀਰੋਧ ਹੈ ਉਹ ਬਰਕਰਾਰ ਹੈ। 4 ਮਹੀਨੇ ਤੋਂ ਜ਼ਿਆਦਾ ਦਾ ਸਮਾਂ ਹੋ ਚੁੱਕਾ ਹੈ ਜਦੋਂ ਦਿੱਲੀ ਦੀਆਂ ਸਰਹੱਦਾਂ ਤੇ ਕਿਸਾਨੀ ਅੰਦੋਲਨ ਚੱਲ ਰਿਹਾ ਹੈ। 2 ਮਹੀਨੇ ਹੋ ਚੁੱਕੇ ਨੇ ਜਦੋਂ ਆਖਰੀ ਮੀਟਿੰਗ ਹੋਈ ਸੀ ਕੇਂਦਰ ਸਰਕਾਰ ਤੇ ਕਿਸਾਨਾਂ ਦੇ ਵਿਚਾਲੇ। ਕੇਂਦਰ ਸਰਕਾਰ ਵੱਲੋਂ ਲਗਾਤਾਰ ਕੇਂਦਰੀ ਜਿਹੜੇ ਭਾਜਪਾ ਦੇ ਆਗੂ ਨੇ ਉਹਨਾਂ ਦੇ ਵੱਲੋਂ ਲਗਾਤਾਰ ਖੇਤੀ ਕਾਨੂੰਨਾਂ ਦੇ ਫਾਇਦੇ ਸਮਝਾਏ ਜਾ ਰਹੇ ਨੇ ਔਰ ਕਿਸਾਨਾਂ ਦੇ ਵੱਲੋਂ ਲਗਾਤਾਰ ਖੇਤੀ ਕਾਨੂੰਨਾਂ ਦੇ ਨੁਕਸਾਨ ਗਿਣਵਾਏ ਜਾ ਰਹੇ ਨੇ। ਮਸਲਾ ਕਦੋਂ ਹੱਲ ਹੋਏਗਾ, ਕਿਵੇਂ ਹੱਲ ਹੋਏਗਾ, ਇਹ ਸਵਾਲ ਬਣਿਆ ਹੋਇਆ ਹੈ। ਇਸ ਵੇਲੇ ਸਾਡੇ ਨਾਲ ਭਾਜਪਾ ਦੇ ਸੀਨੀਅਰ ਲੀਡਰ ਤੇ ਸਾਬਕਾ ਕੈਬਨਿਟ ਮੰਤਰੀ ਤੀਕਸ਼ਣ ਸੂਦ ਮੌਜੂਦ ਨੇ। ਉਹਨਾਂ ਦੇ ਨਾਲ तमाम ਸਵਾਲਾਂ ਦੇ ਜਵਾਬ ਜਾਣਨ ਦੀ ਕੋਸ਼ਿਸ਼ ਕਰਾਂਗੇ। ਸਰ, ਬਹੁਤ ਬਹੁਤ ਸਵਾਗਤ ਹੈ। ਸਰ, ਮੇਰਾ ਪਹਿਲਾ ਸਵਾਲ, 2 ਮਹੀਨੇ ਹੋ ਚੁੱਕੇ ਨੇ ਜਦੋਂ ਆਖਰੀ ਮੀਟਿੰਗ ਹੋਈ ਸੀ ਕੇਂਦਰ ਸਰਕਾਰ ਤੇ ਕਿਸਾਨ ਜਥੇਬੰਦੀਆਂ ਦੇ ਵਿਚਾਲੇ। ਹੁਣ ਅਗਲੀ ਮੀਟਿੰਗ ਦੀ ਆਸ ਕਦੋਂ ਰੱਖੀ ਜਾਵੇ? ਅਗਲੀ ਮੀਟਿੰਗ ਤਾਂ ਹੁਣ ਜਿਸ ਤਰ੍ਹਾਂ ਕਹਿ ਦਿੰਦੇ ਆ ਭਈ ਕਿਸਾਨਾਂ ਦੇ ਪਾਲੇ 'ਚ ਹੀ ਆ ਗੇਂਦ, ਕਿਉਂਕਿ ਸੁਪਰੀਮ ਕੋਰਟ ਦੀ ਇੰਟਰਵੈਂਸ਼ਨ ਹੋਈ ਸੀ ਔਰ ਜੋ ਸਾਡੀ ਸੈਂਟਰ ਗਵਰਨਮੈਂਟ ਆ ਉਹਨਾਂ ਨੇ ਉਸੇ ਵੇਲੇ 1.5 ਸਾਲ ਵਾਸਤੇ ਇਹਨਾਂ ਖੇਤੀ ਕਾਨੂੰਨਾਂ 'ਤੇ ਰੋਕ ਲਾ ਦਿੱਤੀ ਸੀ ਔਰ ਕਿਹਾ ਸੀ ਵੀ ਤੁਸੀਂ ਕੋਈ ਮਸੌਦਾ ਲੈ ਕੇ ਆਓ, ਅਸੀਂ ਉਹ ਉੱਤੇ ਬੈਠ ਕੇ ਵਿਚਾਰ ਕਰਕੇ ਸਹਿਮਤੀ ਬਣਾ ਕੇ ਅਸੀਂ ਉਹ ਸਾਰੇ ਕਾਨੂੰਨ ਪਾਸ ਕਰ ਦਾਂਗੇ। ਕਿਉਂਕਿ ਭਾਰਤ ਬੜਾ ਵੱਡਾ ਦੇਸ਼ ਆ, ਅਲੱਗ-ਅਲੱਗ ਸੂਬਿਆਂ ਦੀਆਂ ਅਲੱਗ-ਅਲੱਗ ਸਮੱਸਿਆਵਾਂ। ਇਹ ਜਿਹੜੇ ਖੇਤੀ ਕਾਨੂੰਨ ਵੀ ਪਾਸ ਹੋਏ ਆ ਇਹ ਕੋਈ ਇਕੱਲੀ BJP ਦੇ ਦਿਮਾਗ ਦੀ ਉਪਜ ਆ ਜਾਂ ਕੋਈ ਮੋਦੀ ਸਾਹਿਬ ਦੇ ਦਿਮਾਗ ਦੀ ਉਪਜ ਆ ਜਾਂ ਕਿਸੇ ਨੂੰ ਫਾਇਦਾ ਕਿਸੇ ਹੋਰ ਧਿਰ ਨੂੰ ਪਹੁੰਚਾਉਣ ਦਾ, ਐਸਾ ਕੁਛ ਨਹੀਂ ਆ। ਸਮੇਂ-ਸਮੇਂ 'ਤੇ ਤੁਸੀਂ ਤਾਂ ਸਾਰੇ ਪ੍ਰੈਸ ਵਾਲੇ ਜਾਣੂ ਹੋ, ਸਮੇਂ-ਸਮੇਂ 'ਤੇ ਕਿਸਾਨ ਯੂਨੀਅਨਾਂ ਇਹੀਓ ਮੰਗਾਂ ਇਹੀਓ ਮੁੱਦੇ ਚੱਕਦੇ ਰਹੇ ਆ ਜਿਹੜੇ ਖੇਤੀ ਕਾਨੂੰਨਾਂ 'ਚ ਸ਼ਾਮਲ। ਬਹੁਤ ਸਾਰੇ ਖੇਤੀਬਾੜੀ ਮਾਹਰ, SS ਜੌਹਲ ਸਾਹਿਬ ਦਾ ਵੀ ਨਾਮ ਹੈ ਉਹਨਾਂ 'ਚੋਂ ਪਰਟੀਕੂਲਰਲੀ ਲੈਣਾ ਚਾਹਾਂਗਾ, ਜਿਨ੍ਹਾਂ ਨੇ ਬੜੀ ਵਕਾਲਤ ਕੀਤੀ ਇਹਦੀ। ਉਹਨਾਂ ਨੇ ਵੀ ਐਸੇ ਹੀ ਮੁੱਦੇ ਚੁੱਕੇ ਜਿਹੜੇ ਇਹਨਾਂ ਖੇਤੀ ਕਾਨੂੰਨਾਂ ਦੇ ਵਿੱਚ ਆ। ਔਰ ਇਹ ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਸੀਨੀਅਰ ਲੀਡਰਸ, ਕਾਂਗਰਸ ਨੇ ਕਈਆਂ ਨੇ ਪਹਿਲੇ ਚੁੱਕੇ, ਕਈਆਂ ਨੇ ਬਾਅਦ 'ਚ ਤਾਇਦ ਕੀਤੇ ਆ। ਸ਼੍ਰੋਮਣੀ ਅਕਾਲੀ ਦਲ ਦੇ ਹਰ ਇੱਕ ਲੀਡਰ ਨੇ ਲੰਬਾ ਸਮਾਂ ਇਹਨਾਂ ਖੇਤੀ ਕਾਨੂੰਨਾਂ ਨੂੰ ਜਸਟੀਫਾਈ ਕੀਤਾ ਪਬਲਿਕ ਦੇ ਵਿੱਚ ਵੀ ਬਿਲਕੁਲ ਠੀਕ ਬਣੇ ਆ। ਕਾਂਗਰਸ ਨੇ ਆਪਣੇ ਮੈਨੀਫੈਸਟੋ ਦੇ ਵਿੱਚ ਕੀਤਾ। ਕਾਂਗਰਸ ਨੇ ਵੀ 2018 ਦੇ ਵਿੱਚ 2018 'ਚ ਕਾਨੂੰਨ ਬਣਾ ਕੇ ਕੀਤਾ, ਮੰਡੀ ਐਕਟ ਬਣਾ ਕੇ। ਸੋ ਮੇਰੇ ਕਹਿਣ ਤੋਂ ਭਾਵ ਇਹ ਆ ਕਿ ਮੁੱਦੇ ਹੋ ਸਕਦੇ ਆ, ਉਹੀ ਮੁੱਦੇ ਅੱਜ ਮੈਨੂੰ ਸੂਟ ਕਰ ਰਹੇ ਆ, ਕੱਲ੍ਹ ਨਹੀਂ ਕਰ ਰਹੇ। ਉਹੀ ਮੁੱਦੇ ਇੱਕ ਸੈਕਸ਼ਨ ਨੂੰ ਸੂਟ ਕਰ ਰਹੇ ਆ, ਦੂਜੇ ਨੂੰ ਨਹੀਂ ਕਰ ਰਹੇ। ਗੱਲ ਬੈਠ ਕੇ ਹੋਣੀ ਆ, ਟੇਬਲ 'ਤੇ ਹੋਣੀ ਹੈਗੀ ਗੱਲ। ਇੱਕ ਪ੍ਰੋਟੈਸਟ ਹੋ ਸਕਦੇ ਆ, ਰਸਮੀ ਹੋ ਸਕਦੇ ਆ, ਸਭ ਕੁਛ ਹੁੰਦਾ, ਕਿਉਂਕਿ ਕਿਸੇ ਨੇ ਥੋਪਿਆ ਨਹੀਂ ਆ। ਇਹ ਸੰਸਦ ਦੇ ਵਿੱਚੋਂ ਕਾਨੂੰਨ ਬਣੇ ਆ ਔਰ ਲੋਕ ਸਭਾ ਰਾਜ ਸਭਾ 'ਚੋਂ ਪਾਸ ਹੋ ਕੇ ਗਏ ਆ। ਇਹਨਾਂ ਨੂੰ ਸੁਣ ਲਓ ਮੇਰੀ ਗੱਲ। ਔਰ ਕਈ ਕਾਨੂੰਨ ਜਿੱਦਾਂ ਡਾਇਰੈਕਟ ਪੇਮੈਂਟ ਦੀ ਅਦਾਇਗੀ ਆ, ਇਹ ਲੋਕ ਸਭਾ ਦੀਆਂ ਕਮੇਟੀਆਂ ਜੋ ਵਿੱਚੋਂ ਵੀ ਹੋ ਕੇ ਗਏ ਆ, ਉੱਥੇ ਵੀ ਆਮ ਆਦਮੀ ਪਾਰਟੀ ਨੇ ਮੈਨੂੰ ਸਪੋਰਟ ਕੀਤਾ। ਸੋ ਇਹ ਪੋਲੀਟੀਕਲ ਰੰਗਤ ਲੈ ਚੁੱਕਾ ਜਿਹੜਾ, ਇਸ ਕਰਕੇ ਇੱਥੇ ਗਤੀਰੋਧ ਬਣਿਆ, ਸਟੇਲਮੇਟ ਬਣਿਆ। ਕਿਸਾਨ ਭੋਲਾ ਭਾਲਾ ਆ, ਕਿਸਾਨ ਆਗੂ ਇਹਨੂੰ ਸ਼ਾਇਦ ਅੱਗੇ ਵਧਾਉਣਾ ਵੀ ਚਾਹੁੰਦੇ ਆ, ਗੱਲਬਾਤ ਨੂੰ ਆਪਣੀ ਗੱਲ ਰੱਖਣਾ ਵੀ ਚਾਹੁੰਦੇ ਆ। ਪਰ ਆ ਜਿਹੜਾ ਖੇਲ ਹੋ ਰਿਹਾ ਰਾਜਨੀਤਿਕ, ਚਾਹੇ ਉਹ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆ, ਚਾਹੇ ਕੋਈ ਹੋਰ ਪਾਰਟੀਆਂ ਆ, ਉਹ ਆਪਣੇ ਆਪਣੇ ਢੰਗ ਨਾਲ ਇਹਨੂੰ ਖਿੱਚ ਰਹੀਆਂ, ਧੂ ਰਹੀਆਂ, ਅਤੇ ਕਿਸਾਨ ਦਾ ਮੁੱਦਾ ਜਿਹੜਾ ਉਹ ਸਬਸਾਈਡ ਹੋਇਆ। ਔਰ ਪੰਜਾਬ 'ਚ ਆਉਣ ਵਾਲੇ ਸਮੇਂ ਇਲੈਕਸ਼ਨ ਆ ਗਏ ਆ, ਇਹ ਹੋਰ ਜ਼ਿਆਦਾ ਖਿੱਚ ਧੂ ਇਸ ਮੁੱਦੇ ਦੀ ਹੋ ਰਹੀ ਆ। ਇਹ ਮੁੱਦਾ ਸੁਲਝਣਾ ਚਾਹੀਦਾ, ਜਲਦੀ ਸੁਲਝਣਾ ਚਾਹੀਦਾ। ਅਸੀਂ ਵੀ ਚਾਹੁੰਦੇ ਹਾਂ ਔਰ ਜਿਹੜੇ ਰਾਈਟ ਥਿੰਕ ਸੋਚਣੇ ਵਾਲੇ ਲੋਕ ਆ ਉਹ ਵੀ ਚਾਹਣਗੇ, ਪਰ ਇਹਦਾ ਰਾਜਨੀਤੀਕਰਨ ਹੋਇਆ, ਇਹ ਬੜਾ ਮੰਦਭਾਗਾ ਆ, ਕਿਸਾਨ ਦੇ ਹਿੱਤ 'ਚ ਨਹੀਂ ਹੈਗਾ। ਸਰ, ਪ੍ਰਧਾਨ ਮੰਤਰੀ ਜਦੋਂ ਵੀ ਸੰਬੋਧਨ ਕਰਦੇ ਨੇ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਾਂ ਅਕਸਰ ਕਿਸਾਨਾਂ ਦੇ ਲਈ ਬੜੇ ਵਧੀਆ ਜਿਹੜੇ ਉਹ ਕਹਿੰਦੇ ਨੇ ਕਿ ਕਿਸਾਨ ਹਿੱਤਾਂ ਦੇ ਲਈ ਭਾਜਪਾ ਸਰਕਾਰ ਕੰਮ ਕਰ ਰਹੀ ਆ ਔਰ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਟੀਚਾ ਜਿਹੜਾ ਹੈ ਉਹ ਭਾਜਪਾ ਨੇ ਮਿੱਥਿਆ ਹੈ। ਪਰ
6-7 ਮਹੀਨੇ ਤੋਂ ਜ਼ਿਆਦਾ ਪਹਿਲਾਂ ਪੰਜਾਬ ਦੇ ਵਿੱਚ ਕਿਸਾਨਾਂ ਨੇ ਸੰਘਰਸ਼ ਵਿੱਢਿਆ, ਹੁਣ 4 ਮਹੀਨੇ ਦਾ ਸਮਾਂ ਦਿੱਲੀ ਦੇ ਵਿੱਚ ਹੋ ਚੁੱਕਾ ਹੈ। ਅਜਿਹੇ ਦੇ ਵਿੱਚ ਭਾਜਪਾ ਸਰਕਾਰ ਦੇ ਵੱਲੋਂ ਕੋਈ ਵੀ ਮਤਲਬ ਮੀਟਿੰਗਸ ਜ਼ਰੂਰ ਹੋਈਆਂ ਨੇ, ਪਰ ਹੁਣ 2 ਮਹੀਨੇ ਤੋਂ ਮੀਟਿੰਗ ਦਾ ਦੌਰ। ਜਦੋਂ ਇੱਕ ਚੰਗਾ ਲੀਡਰ ਜਾਂ ਇੱਕ ਚੰਗਾ ਰਾਜਾ ਜਦੋਂ ਆਪਣੀ ਪ੍ਰਜਾ ਨੂੰ ਖੁਸ਼ ਕਰਨਾ ਚਾਹੁੰਦਾ ਤਾਂ ਹਰੇਕ ਹੱਥ ਕੰਡੇ ਅਪਣਾਉਂਦਾ, ਪਰ ਇੱਥੇ ਪ੍ਰਧਾਨ ਮੰਤਰੀ ਆਖਿਰਕਾਰ ਆਪਣੀ ਪ੍ਰਜਾ ਨੂੰ ਖੁਸ਼ ਕਰਨ 'ਚ ਅਸਫਲ ਕਿਉਂ ਹੋ ਰਹੇ ਨੇ? ਨਹੀਂ, ਪ੍ਰਜਾ ਤੁਸੀਂ ਕਿਹਨੂੰ ਕਹਿੰਦੇ ਹੋ? 130 ਕਰੋੜ ਦਾ ਦੇਸ਼ ਆ ਇਹ, ਅਤੇ ਮੋਟੇ ਤੌਰ 'ਤੇ 60% ਉੱਥੇ ਕਿਸਾਨ ਹੈਗੇ ਆ। ਕੁਛ ਏਰੀਏ 'ਚ ਇਫੈਕਟ ਹੋ ਰਹੇ ਆ ਕਾਨੂੰਨ, ਜਿਹੜੇ ਕੁਛ ਲੋਕ ਕਹਿ ਰਹੇ ਆ ਕਿ ਕੁਛ ਏਰੀਏ 'ਚ ਇਫੈਕਟ ਆ ਜਿੱਥੇ ਆਲਰੇਡੀ MSP ਤੇ ਮੰਡੀ ਐਕਟ ਵਰਕ ਕਰ ਰਿਹਾ, ਪੰਜਾਬ, ਹਰਿਆਣਾ ਐਂਡ ਸਮ ਪਾਰਟ ਆਫ UP। ਮੋਦੀ ਸਾਹਿਬ ਨੇ ਜਿਹੜੇ ਕਾਨੂੰਨ ਬਣਾਏ ਆ ਉਹ ਪ੍ਰਜਾ ਨੂੰ ਖੁਸ਼ ਕਰਨ ਲਈ ਬਣਾਏ ਹੈਗੇ ਆ। ਮੋਦੀ ਸਾਹਿਬ ਜੇ ਕਿਸਾਨ ਦੇ ਹਿਤੈਸ਼ੀ ਨਾ ਹੁੰਦੇ, ਮੋਦੀ ਸਾਹਿਬ ਜੇ ਦੇ ਮਨ 'ਚ ਕਿਸਾਨ ਦੇ ਪ੍ਰਤੀ ਕੋਈ ਨੈਗੇਟਿਵਿਟੀ ਹੁੰਦੀ, ਉਹ ਬਿਨਾਂ ਮੰਗੇ ਹੀ ਕਿਸਾਨ ਦੇ ਖਾਤੇ 'ਚ 6-6 ਹਜ਼ਾਰ ਰੁਪਈਆ ਭੇਜ ਦਿੰਦੇ। ਉਹ ਬਿਨਾਂ ਮੰਗੇ ਹੀ ਯੂਰੀਆ ਨੂੰ, ਅੱਜ ਇੰਨਾ ਫੈਸਿਲੀਟੇਟ ਯੂਰੀਆ ਦੀ ਵੰਡ ਹੋਈ ਆ, ਉਹਨੂੰ ਨੀਮ ਕੋਟ ਕੀਤਾ। ਇੱਕ ਤਾਂ ਉਹਦੀ ਕੁਆਲਿਟੀ ਵਧੀਆ ਹੋ ਗਈ, ਇੱਕ ਜਿੰਨਾ ਸਾਰਾ ਯੂਰੀਆ ਚੱਲ ਜਾਂਦਾ ਸੀ ਵੱਡੀਆਂ ਵੱਡੀਆਂ ਕਾਰਖਾਨਿਆਂ 'ਚ, ਉਹ ਸਾਰੀ ਸਬਸਿਡੀ ਉਹ ਕਾਰਖਾਨੇਦਾਰ ਖਾ ਜਾਂਦੇ ਸੀ ਔਰ ਕਿਸਾਨਾਂ ਨੂੰ ਡੰਡੇ ਖਾਣੇ ਪੈਂਦੇ ਸੀ ਲਾਈਨਾਂ 'ਚ ਲੱਗ ਕੇ। ਫਿਰ ਯੂਰੀਆ ਨੇ ਬਜਾਈ ਵੇਲੇ, ਮੈਂ ਖੁਦ ਕਿਸਾਨ ਹਾਂ, ਮੈਂ ਖੁਦ ਲਾਇਰ ਹਾਂ, ਮੈਂ ਖੁਦ ਪੋਲੀਟੀਸ਼ੀਅਨ ਹਾਂ, ਮੈਂ ਤਿੰਨਾਂ ਐਂਗਲਾਂ ਤੋਂ ਇਸ ਗੱਲ ਨੂੰ, ਸਾਰੇ ਮਾਮਲੇ ਨੂੰ ਸਮਝਦਾ ਹਾਂ। ਆਪਣਾ ਆਪਣਾ ਵਿਚਾਰ ਹੋ ਸਕਦਾ ਬਹੁਤ ਸਾਰੇ ਲੋਕਾਂ ਦਾ ਵਿਚਾਰ ਮੇਰੇ ਨਾਲ ਨਾ ਮਿਲੇ, ਮੋਦੀ ਸਾਹਿਬ ਨਾਲ ਮਿਲੇ, ਭਾਰਤੀ ਜਨਤਾ ਪਾਰਟੀ ਨਾਲ ਮਿਲੇ। ਦੁੱਗਣੀ ਆਮਦਨ ਦੀ ਤੁਸੀਂ ਗੱਲ ਕੀਤੀ ਆ, ਜਿਸ ਤੇਜ਼ੀ ਨਾਲ MSP ਵੱਧ ਰਿਹਾ ਔਰ ਜਿੰਨਾ ਮੋਦੀ ਸਾਹਿਬ ਦੇ ਮਨ 'ਚ ਕਿਸਾਨ, ਕਿਉਂਕਿ ਕਿਸਾਨ ਉੱਨਤ ਹੋਏਗਾ ਤਾਂ ਦੇਸ਼ ਉੱਨਤ ਹੋਏਗਾ, ਪਰ ਮਿਸਗਾਈਡ ਕਰਕੇ, ਗੁੰਮਰਾਹ ਕਰਕੇ ਕੁਛ ਪੋਲੀਟੀਕਲ ਪਾਰਟੀਆਂ ਇਹਨੂੰ ਖੇਲ ਨੂੰ ਵਿਗਾੜ ਰਹੀਆਂ ਹੈਗੀਆਂ। ਮੈਂ ਹਾਲੇ ਵੀ ਕਹਿੰਦਾ, ਚਾਹੇ ਇੰਨਾ ਗਤੀਰੋਧ ਵੀ ਰਿਹਾ, ਮੰਦਭਾਗਾ ਆ, ਇਹ ਨਹੀਂ ਹੋਣਾ ਚਾਹੀਦਾ, ਪਰ ਜੇ PM ਸਾਹਿਬ ਨੇ ਕਹਿ ਦਿੱਤਾ 2024 ਤੱਕ ਕਿਸਾਨ ਦੀ ਆਮਦਨ ਦੁੱਗਣੀ ਹੋਊਗੀ, ਮੈਂ ਹੁਣੇ ਕਹਿੰਦਾ ਪੱਥਰ 'ਤੇ ਲਕੀਰ ਆ, ਦੀਵਾਰ 'ਤੇ ਲਿਖੀ ਹੈ ਵਾਰਤਾ ਕਿ ਉਹ ਦੁੱਗਣੀ ਕਰਕੇ ਰਹਿਣਗੇ। ਉਹ ਇੱਦਾਂ ਨਹੀਂ ਗੱਲ ਕਰਦੇ, ਕੋਈ ਵੀ ਹਵਾ 'ਚ ਨਹੀਂ ਕਰਦੇ। ਸੋ ਇਹ ਮਾਮਲਾ ਮੈਨੂੰ ਪੂਰੇ ਯਕੀਨ ਆ ਸਨਮਾਨਜਨਕ ਪੂਰਵ ਤਰੀਕੇ ਨਾਲ ਸੁਲਝੇਗਾ। ਹਾਲੇ ਉਹ 5 ਸਟੇਟਾਂ 'ਚ ਬਿਜ਼ੀ ਆ ਸਾਡਾ ਨੇਤਰਤਵ, ਅਤੇ ਇਹਦੇ ਬਾਅਦ ਇਮੀਡੀਏਟਲੀ ਇਸ ਮਾਮਲੇ ਨੂੰ ਟੌਪ ਪ੍ਰਾਇਓਰਟੀ 'ਤੇ ਰੱਖ ਕੇ ਇਹਨੂੰ ਸੁਲਝਾਏਗਾ। ਸਰ, ਯੂਰੀਆ ਦੀ ਤੁਸੀਂ ਗੱਲ ਕੀਤੀ ਆ, ਤੇ ਲੰਘੇ ਕੁਝ ਦਿਨ ਪਹਿਲਾਂ DAP ਖਾਦ ਔਰ ਨਰਮੇ ਦੇ ਜਿਹੜੇ ਬੀਜ ਨੇ ਉਹਨਾਂ 'ਚ ਵਾਧਾ ਕੀਤਾ ਗਿਆ। DAP ਜਿਹੜੀ ਖਾਦ ਆ ਉਸ ਦੇ ਵਿੱਚ 700 ਰੁਪਏ ਦਾ ਵਾਧਾ ਕੀਤਾ ਗਿਆ। ਇੱਕ ਪਾਸੇ ਆਮਦਨ ਦੁੱਗਣੀ ਕਰਨ ਦਾ ਟੀਚਾ, ਤੇ ਦੂਜੇ ਪਾਸੇ ਜਿਹੜਾ ਬੋਝ ਹੈ ਉਹ ਹੋਰ ਵਧਾਉਣਾ, ਇਸ ਨਾਲ ਮਸਲਾ ਕਿਵੇਂ ਹੱਲ ਹੋਏਗਾ? ਨਹੀਂ, ਉਹਦੇ ਬੜੇ ਕਾਰਨ ਹੁੰਦੇ ਆ, ਹਰ ਚੀਜ਼ ਦੇ ਬੜੇ ਕਾਰਨ ਹੁੰਦੇ ਆ। ਬਹੁਤ ਸਾਰੀਆਂ ਹੋ ਸਕਦਾ ਉਹਨੇ ਇਨਪੁਟਸ ਜਿਹੜੀਆਂ ਆ ਰॉ ਮਟੀਰੀਅਲ ਦੀਆਂ ਹੋ ਜਾਂਦੀਆਂ, ਵੱਧ ਜਾਂਦੀਆਂ, ਸਬਸਿਡੀ ਵੀ ਵਧਾਓ ਤਾਂ ਵੀ ਚੀਜ਼ਾਂ ਵੱਧ ਜਾਂਦੀਆਂ, ਐਸੀਆਂ ਚੀਜ਼ਾਂ ਹੁੰਦੀਆਂ। ਇੱਕ ਪਰਟੀਕੂਲਰ ਚੀਜ਼ ਨੂੰ ਲੈ ਕੇ ਆਮਦਨ ਦੁੱਗਣੀ ਨਹੀਂ ਹੋਏਗੀ, ਇਹ ਮੈਂ ਬਿਲਕੁਲ ਇਹਦੇ ਨਾਲ ਸਹਿਮਤ ਨਹੀਂ ਹੈਗਾ। ਚੀਜ਼ਾਂ ਇਹਨਾਂ ਦੇ ਰੇਟ ਕਈਆਂ ਫੈਕਟਰਸ 'ਤੇ ਡਿਪੈਂਡ ਕਰਦੇ ਆ। ਕੁਛ ਰॉ ਮਟੀਰੀਅਲ ਬਾਹਰੋਂ ਵੀ ਆਉਂਦੇ ਆ, ਬੜਾ ਕੁਛ ਹੁੰਦਾ। ਸੋ ਇਹਨੂੰ ਤੁਸੀਂ ਇੱਕ ਐਸਾ ਹਿੰਡਰੈਂਸ ਵਾਲਾ ਪੁਆਇੰਟ ਨਹੀਂ ਕਹਿ ਸਕਦੇ, ਪਰ ਕਿਸਾਨ ਵਾਸਤੇ BJP ਦੀ ਸਰਕਾਰ ਸਭ ਕੁਛ ਕਰਨੇ ਨੂੰ ਤਿਆਰ। ਸਰ, ਖੇਤੀ ਕਾਨੂੰਨਾਂ ਤੋਂ ਬਾਅਦ ਸਿੱਧੀ ਅਦਾਇਗੀ ਦਾ ਜਿਹੜਾ ਮਸਲਾ, ਉਸ 'ਤੇ ਵੀ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਆਮੋ ਸਾਹਮਣੇ ਨੇ। ਲੰਘੇ ਦਿਨੀ ਵੀ ਮੀਟਿੰਗ ਹੋਈ ਹੈ ਕੇਂਦਰੀ ਮੰਤਰੀ ਪੀਯੂਸ਼ ਗੋਇਲ ਦੇ ਨਾਲ ਪੰਜਾਬ ਦੇ ਕੈਬਨਿਟ ਮੰਤਰੀਆਂ ਦੀ, ਔਰ ਸਿੱਧੀ ਅਦਾਇਗੀ ਦੇ ਮਸਲੇ ਦੇ ਉੱਤੇ ਤੁਹਾਡੀ ਪਾਰਟੀ ਦੇ ਲੀਡਰ ਮਦਨ ਮੋਹਨ ਮਿੱਤਲ, ਉਹਨਾਂ ਦੀ ਵੀ ਸਟੇਟਮੈਂਟ ਆਉਂਦੀ ਹੈ ਕਿ ਸਿੱਧੀ ਅਦਾਇਗੀ ਸਹੀ ਨਹੀਂ ਹੈ, ਕਿਸਾਨਾਂ ਦੇ ਹਿੱਤ ਦੇ ਵਿੱਚ ਨਹੀਂ ਹੈ। ਵੱਡੀ ਜਿਹੜੀ ਅਥਾਰਟੀ ਹੈ ਭਾਜਪਾ ਦੀ, ਉਸ ਦੇ ਨਾਲ ਗੱਲਬਾਤ ਕੀਤੀ ਜਾਏਗੀ, ਕਿਸਾਨਾਂ ਦਾ ਮਸਲਾ ਸੁਲਝਾਇਆ ਜਾਏਗਾ। ਤੁਹਾਡੀ ਆਪਣੀ ਪਾਰਟੀ ਦੇ ਲੀਡਰਸ ਇਸ ਮਸਲੇ ਦੇ ਉੱਤੇ ਮਤਭੇਦ ਰੱਖਦੇ ਨੇ? ਮੈਂ ਤਾਂ ਪਹਿਲੇ ਕਿਹਾ ਜੀ, ਹਰ ਇਸ਼ੂ 'ਤੇ ਮਤਭੇਦ ਹੋ ਸਕਦੇ ਆ। ਕਿਸਾਨ ਯੂਨੀਅਨ ਆਪਸ 'ਚ ਮਤਭੇਦ ਰੱਖਦੀਆਂ, ਮਦਨ ਮੋਹਨ ਮਿੱਤਲ ਦਾ ਤਾਂ ਇੰਡੀਵਿਜੂਅਲ ਰਾਏ ਹੋ ਸਕਦੀ, ਮੈਂ ਕਹਿ ਸਕਦਾ। ਕਿਸਾਨ ਯੂਨੀਅਨਾਂ ਨਹੀਂ ਮਤਭੇਦ ਰੱਖਦੀਆਂ। ਬਹੁਤ ਸਾਰੇ ਕਿਸਾਨ ਯੂਨੀਅਨਾਂ ਨੇ ਲੰਬਾ ਸੰਘਰਸ਼ ਵੰਡਿਆ ਆ ਇਸ ਗੱਲ 'ਤੇ ਵੀ ਸਿੱਧੀ ਅਦਾਇਗੀ ਕਰੋ। ਮੈਂ ਖੁਦ ਗੌਰਮੈਂਟ ਸੀਗਾ ਉਸ ਵੇਲੇ, ਬੜੇ ਰਸਤੇ ਰੋਕੇ ਗਏ ਗੁਨਾਹਾਂ ਗਰੁੱਪ ਨੇ, ਹੋਰ ਫਿਰ ਕਿਤੇ ਜਾ ਕੇ ਸਿੱਧੀ ਜਿਹੜੀ ਆ ਉਹਦੀ ਸਿੱਧੀ ਜਿਹੜੀ ਪੇਮੈਂਟ ਦਾ ਗੱਲਬਾਤ ਹੋਈ, ਫਿਰ ਸੁਪਰੀਮ ਹਾਈ ਕੋਰਟ 'ਚ ਮਸਲਾ ਗਿਆ, ਹਾਈ ਕੋਰਟ 'ਚ ਫਿਰ ਆਪਸ਼ਨਸ ਦੋਨੇ ਦੇ ਦਿੱਤੀਆਂ ਗਈਆਂ। ਸੋ ਇਹ ਤਾਂ ਇੰਡੀਵਿਜੂਅਲ ਰਾਏ ਵੀ ਹੋ ਸਕਦੀ, ਪਰ ਤੁਸੀਂ ਕੰਡਕਟ ਦੇਖੋ ਕਾਂਗਰਸ ਦਾ, ਉਹ ਹਰ ਵਾਰੀ ਇਹ ਕਹਿੰਦੇ ਰਹੇ ਕਿ ਸਾਨੂੰ ਥੋੜ੍ਹਾ ਟਾਈਮ ਹੋਰ ਦਿਓ, ਅਸੀਂ ਮੈਨੇਜ ਕਰ ਲਈਏ ਸਿਸਟਮ ਨੂੰ। ਇਹ ਨਹੀਂ ਕਿਹਾ ਕਿ ਸਿੱਧੀ ਅਦਾਇਗੀ ਨਹੀਂ ਕਰਨੀ ਚਾਹੀਦੀ, ਮਾੜੀ ਹੈਗੀ ਹੈ ਸਿੱਧੀ ਅਦਾਇਗੀ। ਹੁਣ ਵੀ ਕੀ ਹੁੰਦਾ ਆ, ਕਿਸਾਨ ਕੋਲ ਸਾਰੇ ਉਹਦੇ ਆੜ੍ਹਤੀ ਕੋਲ ਸਾਰੇ ਉਹਦੇ ਕਿਸਾਨਾਂ ਦਾ ਬਲਕ ਅਮਾਊਂਟ ਆ ਜਾਂਦਾ, ਉਹ ਟਰਾਂਸਫਰ ਕਰ ਦਿੰਦਾ, ਚੈੱਕ ਰਾਹੀਂ ਕਰ ਦਿੰਦਾ। ਅਤੇ ਪਰ ਇਹ ਜਿਹੜਾ ਕੰਮ ਕੀਤਾ ਗਿਆ, ਐਵਰੀਬੋਡੀ ਇਨ ਇੰਡੀਆ ਨੋਜ਼ ਕਿ FCI
ਇੱਕ ਇੱਕ ਧੁਰਾ ਹੈਗਾ ਬਹੁਤ ਵੱਡੇ ਇੱਕ ਭ੍ਰਿਸ਼ਟਾਚਾਰ ਦਾ, ਜਿੱਥੇ ਬਹੁਤ ਕੁਝ ਵਾਧਾ ਘਾਟਾ ਹੋ ਜਾਂਦਾ ਪਿਆ। ਔਰ ਪਿੱਛੇ ਗੌਰਮੈਂਟ ਕੋਲ ਵੀ ਐਸੇ ਇਨਪੁਟਸ ਆਏ ਆ ਕਿ ਜਿਸਦਾ MSP ਵੱਧਦਾ ਆ ਤਾਂ ਬਹੁਤ ਸਾਰੀ ਪ੍ਰੋਡਿਊਸ ਜਿਹੜੀ ਆ ਉਹ ਰੀਸਾਈਕਲਡ ਹੋ ਜਾਂਦੀ ਹੈਗੀ ਆ। ਸੋ ਇਹ ਚੀਜ਼ਾਂ ਨੂੰ ਦੇਖੋ, ਦੇਸ਼ ਦੀ ਤਰੱਕੀ ਤਾਂ ਹੀ ਹੋ ਸਕਦੀ ਆ ਜੇ ਸਾਰੇ ਟੋਟਲ ਡਿਜੀਟਲਾਈਜੇਸ਼ਨ ਹੋਵੇ। ਆਪਾਂ ਬਹੁਤਾ ਲੰਬਾ ਨਹੀਂ ਛੱਡ ਸਕਦੇ। ਅੱਜ ਸਾਡੇ ਕੋਲ ਲੋਕੀ ਕਹਿੰਦੇ ਆ ਅਮਰੀਕਾ 'ਚ $2000 ਪਾਉਂਦੇ ਆ, ਕੈਨੇਡਾ 'ਚ 2500। ਮੇਰੇ ਬੱਚੇ ਰਹਿੰਦੇ ਉੱਥੇ, ਮੈਂ ਉਹਨਾਂ ਨੂੰ ਪੁੱਛਿਆ, ਪਰ ਉਹ ਕਹਿੰਦੇ ਇੱਥੇ ਕੋਈ 2-2 ਰੁਪਏ ਕਿਲੋ ਕਣਕ ਵਾਲਾ ਨਹੀਂ, ਹੋਰ ਚੀਜ਼ਾਂ ਦੀ ਸਬਸਿਡੀ ਨਹੀਂ ਆ। ਇਹਨਾਂ ਦੋਨਾਂ ਚੀਜ਼ਾਂ ਇੱਦਾਂ ਦੀਆਂ ਚੀਜ਼ਾਂ 'ਚੋਂ ਪਿਲਫਰੇਜ ਮਤਲਬ ਲੀਕੇਜ ਜਿਹਨੂੰ ਕਹਿੰਦੇ ਆ ਨਾ, ਉਹ ਬਹੁਤ ਹੁੰਦੀ ਆ। ਅੱਜ ਅਸੀਂ ਉਹ ਉੱਦਾਂ ਦੀ ਮੰਗ ਕਰਦੇ ਹਾਂ ਕਿ ਸਾਡੇ ਵੀ $2000-$2500 ਇੱਦਾਂ 5000 10,000 ਰੁਪਈਆ ਇੱਦਾਂ ਔਖੇ ਵੇਲਿਆਂ 'ਚ ਕੋਈ ਪਵੇ, ਤਾਂ ਫਿਰ ਇਹ ਜਿਹੜੇ ਭ੍ਰਿਸ਼ਟਾਚਾਰ ਦੇ ਸਾਰੇ ਹੋਲਸ ਆ ਨਾ, ਇਹ ਬੰਦ ਵੀ ਹੋਣੇ ਚਾਹੀਦੇ ਆ। ਚੀਜ਼ਾਂ ਸਮੂਥ ਚੱਲਣੀਆਂ ਚਾਹੀਦੀਆਂ ਆ। ਕਿਸਾਨ ਖੁਦ ਲੰਬੇ ਸਮੇਂ ਤੱਕ, ਮੈਂ ਦੇਖੀਆਂ ਉਹਨਾਂ ਦੀਆਂ ਸਪੀਚਿਸ, ਇੱਥੇ ਤੱਕ ਵੀ ਸਭ ਨੇ ਮੰਗ ਕੀਤੀ ਕਿ ਜਿਹੜਾ ਗੌਰਮੈਂਟ ਐਕਸਪੋਰਟ ਕਰਾਵੇ, ਗੌਰਮੈਂਟ ਕਾਰਪੋਰੇਟ ਘਰਾਣਿਆਂ ਨੂੰ ਕਵੇ ਖਰੀਦੇ। ਹਾਂਜੀ, ਇਹ ਕਿਸਾਨਾਂ ਦੀ ਖੁਦ ਮੰਗ ਰਹੀ ਆ। ਇਹ ਜਿਹੜੇ ਕਾਨੂੰਨ ਬਣੇ ਆ, ਇਹ 50-60 ਸਾਲ 'ਚ ਜੋ ਇਵੋਲਵ ਹੋਇਆ, ਜੋ ਚੀਜ਼ਾਂ ਨਿਕਲੀਆਂ ਵੀ ਕਿੱਦਾਂ ਆਪਾਂ ਖੇਤੀ ਨੂੰ ਸੁਧਾਰ ਸਕਦੇ ਹਾਂ, ਕਿੱਦਾਂ ਕਿਸਾਨ ਨੂੰ ਦੀ ਹਾਲਤ ਸੁਧਾਰ ਸਕਦੇ ਹਾਂ, ਉਹਨਾਂ ਵਿੱਚੋਂ ਨਿਕਲੀਆਂ। ਅੱਜ ਕਿਸਾਨ ਨਹੀਂ ਚਾਹੁੰਦਾ, ਚਲੋ ਉਹਦੇ 'ਚ ਵੀ ਕੋਈ ਗਲਤ ਗੱਲ ਨਹੀਂ ਆ, ਆਪਣੀ ਰਾਏ ਵੀ ਬਦਲ ਜਾਂਦੀ ਆ, ਕਿਸੇ ਦਾ ਕੋਈ ਦੋਸ਼ ਨਹੀਂ ਆ। ਪਰ ਇਹਨੂੰ ਜੋ ਸ਼ਕਲ ਦੇ ਦਿੱਤੀ ਗਈ ਆ ਰਾਜਨੀਤੀਕਰਨ ਕਰਕੇ। ਹੁਣ ਇੱਥੇ BJP ਵਾਲੇ ਕੋਈ ਆਪਣਾ ਕਾਰਿਆਕ੍ਰਮ ਕਰਦੇ ਆ, ਕਿਸਾਨ ਦੇ ਨਾਂ 'ਤੇ ਸਾਫ਼ ਪਛਾਣੇ ਜਾਂਦੇ ਆ। ਕਾਂਗਰਸ ਦੇ ਲੋਕ ਜਾਂ ਹੋਰ ਰਾਜਨੀਤਿਕ ਚਿਹਰੇ ਜਾਂ ਲੈਫਟ ਪਾਰਟੀ ਦੇ ਚਿਹਰੇ ਸਾਫ਼ ਪਛਾਣੇ, ਉਹਨਾਂ ਦਾ ਕੋਈ ਸਰੋਕਾਰ ਨਹੀਂ ਕਿਸਾਨ ਨਾਲ। ਉਹਨਾਂ ਦਾ ਸਰੋਕਾਰ ਸਿਰਫ BJP ਨੂੰ ਟਾਰਗੇਟ ਕਰਨਾ, ਮੋਦੀ ਨੂੰ ਟਾਰਗੇਟ ਕਰਨਾ। ਫਿਰ ਜੇ ਕੋਈ ਕਹੇ ਕਿਸਾਨ ਅੰਦੋਲਨ ਨੋਨ ਪੋਲੀਟੀਕਲ ਆ, ਮੈਂ ਨਹੀਂ ਮੰਨਦਾ। ਜਾਂ ਕਿਸਾਨ ਕਹਿਣ ਪਏ ਜੋ ਕੁਛ ਕਰਦੇ ਆ ਕਿਸਾਨ ਦੇ ਨਾਂ 'ਤੇ ਪੋਲੀਟੀਕਲ ਚੀਜ਼ਾਂ ਨੂੰ ਪ੍ਰਮੋਟ ਕਰਦੇ ਆ ਜਾਂ ਥੱਲੇ ਲਾਉਂਦੇ ਆ, ਫਿਰ ਪੋਲੀਟੀਕਲ ਪਾਰਟੀਆਂ ਨੂੰ ਉਹਨਾਂ ਨੂੰ ਟਾਸਕ 'ਤੇ ਲੈਣਾ ਚਾਹੀਦਾ। ਹੁਣ ਵੈਸਟ ਬੰਗਾਲ ਵੀ ਕਿਸਾਨ ਗਏ ਆ, ਕਿਹਨੂੰ ਟਾਰਗੇਟ ਕਰਨ ਗਏ ਆ? ਮੋਦੀ ਨੂੰ। ਇਹ ਪੋਲੀਟੀਕਲ ਸਟੈਪ ਨਹੀਂ ਹੈਗਾ। ਤੁਸੀਂ ਆਪਣਾ ਕਰੋ ਐਜੀਟੇਸ਼ਨ, ਅਸੀਂ ਉਸ ਐਜੀਟੇਸ਼ਨ 'ਚ ਤੁਹਾਡੇ ਨਾਲ ਆ। ਅਸੀਂ ਤੁਹਾਡੇ ਮੁੱਦੇ ਚੁੱਕਣੇ ਨੂੰ, ਕਰਨੇ ਨੂੰ ਸਭ ਤਿਆਰ ਆ। ਬਾਕੀ ਇਹ ਜਿਹੜਾ ਡਾਇਰੈਕਟ ਪੇਮੈਂਟ ਦੀ ਗੱਲ ਆ, ਇਹ ਇਸ਼ੂ ਇੰਨਾ ਸਿੰਪਲ ਨਹੀਂ। ਕਿਸਾਨ ਖੁਦ ਵੀ ਦੋ ਰਾਏ ਆ ਔਰ ਬਾਕੀ ਲੋਕਾਂ ਦੀ ਵੀ ਡਿਫਰੈਂਟ ਰਾਏ ਹੋ ਸਕਦੀ ਆ। ਪਰ ਇਹਦਾ ਮੇਨ ਮਕਸਦ ਇਹ ਆ ਕਿ ਇੱਕ ਵਾਰੀ ਕੋਈ ਡਾਟਾ ਤਾਂ ਆਵੇ, ਕੰਟਰੀ ਨੇ ਕੋਈ ਪਲਾਨ ਕਰਨਾ ਹੈਗਾ, ਉਹਦਾ ਕੋਈ ਪ੍ਰੋਪਰ ਡਾਟਾ ਆਵੇ, ਉਹਦੇ 'ਚ ਕੋਈ ਆਸਾਨੀਆਂ ਲਿਆਂਦੀਆਂ ਜਾ ਸਕਦੀਆਂ। ਜਿਵੇਂ ਹੁਣ ਫੈਸਲਾ ਹੋਇਆ ਭਈ ਅਦਾਇਗੀ ਹੋ ਜਾਏਗੀ ਆੜ੍ਹਤੀ ਦੇ ਥਰੂ, ਅਦਾਇਗੀ ਸਿੱਧੀ ਹੋਏਗੀ। ਤੁਹਾਡੀਆਂ ਜਿਹੜੀਆਂ ਡਾਕੂਮੈਂਟੇਸ਼ਨ ਆ ਉਹ ਆਪਾਂ 6 ਮਹੀਨੇ ਲਈ ਪੋਸਟਪੋਨ ਕਰਤੇ। ਬਹੁਤ ਵਧੀਆ ਫੈਸਲਾ ਹੋ ਗਿਆ, ਇੰਨਾ ਕੰਮ ਵੀ ਚੱਲ ਜਾਏਗਾ ਅਤੇ ਅੱਗੇ ਨੂੰ ਇਹ ਇਸ਼ੂ ਜਿਹੜਾ ਹੈਗਾ ਸੋਚ ਸਮਝ ਕੇ ਇੱਥੇ ਫੈਸਲਾ ਵੀ ਹੋ ਜਾਏਗਾ। ਸਰ, ਤੁਸੀਂ BJP ਦਾ ਵੱਡਾ ਚਿਹਰਾ ਹੋ ਔਰ ਪੰਜਾਬ ਦੇ ਕੈਬਨਿਟ ਮੰਤਰੀ ਵੀ ਰਹਿ ਚੁੱਕੇ ਹੋ। ਲਗਾਤਾਰ ਭਾਜਪਾ ਤੇ RSS ਨੂੰ ਲੈ ਕੇ ਨਾ ਘੱਟ ਗਿਣਤੀਆਂ ਦੇ ਨਾਲ ਹੁੰਦੇ ਵਿਤਕਰੇ ਤੇ ਜਿਹੜੇ ਇਲਜ਼ਾਮ ਨੇ ਲੱਗਦੇ ਰਹੇ ਨੇ ਜਾਂ ਦੋਸ਼ ਲੱਗਦੇ ਰਹੇ ਨੇ। ਇਹ ਕਿਹਾ ਜਾਂਦਾ ਹੈ ਕਿ BJP RSS ਘੱਟ ਗਿਣਤੀਆਂ ਨੂੰ ਹਮੇਸ਼ਾ ਨਿਸ਼ਾਨੇ ਤੇ ਰੱਖਦੀ ਹੈ। ਹਿੰਦੂ ਰਾਸ਼ਟਰ ਦਾ ਜਿਹੜਾ ਏਜੰਡਾ ਹੈ ਭਾਜਪਾ ਉਹ ਲੈ ਕੇ ਚੱਲਦੀ ਹੈ। ਘੱਟ ਗਿਣਤੀਆਂ ਦੇ ਨਾਮ ਤੇ ਕਿਉਂ ਨਹੀਂ ਵਿਸ਼ਵਾਸ ਕੀਤਾ ਜਾਂਦਾ ਭਾਜਪਾ ਤੇ? ਬਿਲਕੁਲ ਗਲਤ ਇਲਜ਼ਾਮ। ਔਰ ਉਹ ਲੋਕ ਜਿਹੜੇ ਭਾਜਪਾ ਨੂੰ ਸੰਪਰਦਾਇਕ ਕਹਿੰਦੇ ਆ, ਘੱਟ ਗਿਣਤੀਆਂ ਦੇ ਉਲਟ ਕਹਿੰਦੇ, ਉਹ ਖੁਦ ਅਪੀਜ਼ਮੈਂਟ ਦੀ ਪੋਲੀਟਿਕਸ ਖੇਲਦੇ ਆ, ਸੰਪਰਦਾਇਕਤਾ ਦੀ ਪੋਲੀਟਿਕਸ ਖੇਲਦੇ ਆ। ਜਿਹਨੂੰ ਕੋਈ ਸ਼ੱਕ ਆ, ਉਹ ਭਾਜਪਾ ਦੀਆਂ RSS ਦੀਆਂ 4 ਮੀਟਿੰਗਾਂ 'ਚ ਆ ਕੇ ਬੈਠ ਕੇ ਦੇਖੇ, ਸ਼ਾਖਾ 'ਚ ਜਾ ਕੇ ਦੇਖੇ, ਇੱਕਦਮ ਪਤਾ ਲੱਗ ਜੂਗਾ ਉੱਥੇ ਕੀ ਕਹਿੰਦੇ ਆ, ਕੀ ਕਰਦੇ ਆ, ਕੀ ਏਜੰਡਾ ਆ। ਸਿਵਾਏ ਦੇਸ਼ ਭਗਤੀ ਤੋਂ, ਦੇਸ਼ ਨੂੰ ਮਜ਼ਬੂਤ ਬਣਾਉਣ ਤੋਂ, ਭਾਈਚਾਰਾ ਮਜ਼ਬੂਤ ਬਣਾਉਣ ਤੋਂ ਸਿਵਾਏ ਭਾਰਤੀ ਜਨਤਾ ਪਾਰਟੀ ਅਤੇ RSS ਨੇ ਕਦੀ ਕੋਈ ਕੰਮ ਨਹੀਂ ਕੀਤਾ। ਇੱਥੇ ਆਤੰਕਵਾਦ ਆਇਆ। ਆਤੰਕਵਾਦ ਵਿੱਚ ਕੀ ਸਾਡੀ ਸੋਚ ਸੀ, ਕੀ RSS ਦੀ ਸੋਚ ਸੀ, ਸਭ ਨੂੰ ਪਤਾ। ਇੱਥੇ ਜੇ ਅੱਜ ਹਿੰਦੂ ਸਿੱਖ ਭਾਈਚਾਰਾ ਬਚਿਆ ਪਿਆ ਤਾਂ ਉਸ ਸੋਚ ਕਰਕੇ ਬਚਿਆ ਪਿਆ। ਅੱਜ ਵੀ ਜਿਹੜੀਆਂ ਅੱਗ ਲਾਉਣ ਵਾਲੀਆਂ ਤਾਕਤਾਂ ਸਾਰੀਆਂ ਉਹ ਇਹ ਚਾਹੁੰਦੀਆਂ ਹਿੰਦੂ ਸਿੱਖ ਨੂੰ ਲੜਾਉਣਾ, ਭਰਾ ਨੂੰ ਭਰਾ ਦੇ ਸਾਹਮਣੇ ਖੜੇ ਕਰਨਾ। ਸਾਡਾ ਰੋਟੀ ਬੇਟੀ ਦਾ ਰਿਸ਼ਤਾ, ਮੇਰੀ ਆਪਣੀ ਬੇਟੀ ਸਰਦਾਰਾਂ ਦੇ ਘਰ 'ਚ ਵਿਆਹੀ ਹੋਈ ਆ। ਸਾਨੂੰ ਕੋਈ ਫਰਕ ਨਹੀਂ ਆ ਕਿਸੇ ਸਰਦਾਰ ਹਿੰਦੂ ਦਾ। RSS ਦੇ ਵਿੱਚ ਕਦੀ ਕਿਸੇ ਦੀ ਜਾਤ ਨਹੀਂ ਪੁੱਛੀ ਜਾਂਦੀ, ਸਿਰਫ ਨਾਂ ਬੋਲ ਕੇ ਪਿੱਛੇ ਜੀ ਲਾਇਆ ਜਾਂਦਾ ਹੈਗਾ, ਜਾਤ ਤੱਕ ਨਹੀਂ ਪੁੱਛੀ। ਭਾਰਤੀ ਜਨਤਾ ਪਾਰਟੀ ਸਿਰਫ ਇਹ ਚਾਹੁੰਦੀ ਆ, ਜਾਂ ਸੰਘ ਸਿਰਫ ਇਹ ਚਾਹੁੰਦਾ ਕਿ ਇੱਕ ਸਮਰਸਤਾ ਦਾ ਵਾਤਾਵਰਨ ਬਣੇ, ਜਾਤ ਪਾਤ ਵਾਲਾ ਨਹੀਂ ਬਣੇ, ਧਰਮਾਂ ਦਾ। ਜਿਹੜਾ ਹਿੰਦੁਸਤਾਨ 'ਚ ਰਹਿੰਦਾ, ਹਿੰਦੁਸਤਾਨ ਦਾ ਖਾਂਦਾ, ਉਹ ਠੀਕ ਆ। ਜਿਹੜਾ ਹਿੰਦੁਸਤਾਨ 'ਚ ਰਹਿ ਕੇ ਬਾਹਰਲੀ ਬੋਲੀ ਬੋਲਦਾ, ਉਹ ਟੋਲਰੇਬਲ ਨਹੀਂ ਹੈਗਾ।
ਸੋ ਇਹ ਸਾਡੀ ਸੋਚ ਆ, ਸਾਡਾ ਏਜੰਡਾ ਆ ਜਿਹਦੇ 'ਤੇ ਅਸੀਂ ਚੱਲੇ ਹਾਂ। ਔਰ ਜਿਹੜੇ ਲੋਕ ਇਹ ਤੋਂ ਖਫਾ ਹੈਗੇ ਆ ਉਹ ਉਲਟੇ ਸਿੱਧੇ ਇਲਜ਼ਾਮ ਲਾਉਂਦੇ ਆ। ਉਹ ਖੁਦ ਮਾਈਨੋਰਟੀਜ਼ ਦੀ ਪੋਲੀਟਿਕਸ ਕਰਦੇ ਆ, ਖੁਦ ਉਹ ਕਾਸਟਿਜ਼ਮ ਦੀ ਪੋਲੀਟਿਕਸ ਕਰਦੇ ਆ, ਖੁਦ ਉਹ ਦੂਜੇ 'ਤੇ ਜਿਹੜਾ ਸੰਪਰਦਾਇਕਤਾ ਦਾ ਜਿਹੜਾ ਉਹ ਇਲਜ਼ਾਮ ਲਾਉਂਦੇ ਆ। ਸਰ, ਪੰਜਾਬ ਵਿਧਾਨ ਸਭਾ ਚੋਣਾਂ 2022 ਦੀ ਵੀ ਗੱਲ ਕਰ ਲਈਏ, ਸ਼੍ਰੋਮਣੀ ਅਕਾਲੀ ਦਲ ਦੇ ਨਾਲੋਂ ਹੁਣ ਜਿਹੜਾ ਗੱਠਜੋੜ ਟੁੱਟ ਚੁੱਕਿਆ ਔਰ ਬੀਜੇਪੀ ਨੇ ਸਿੱਧੇ ਤੌਰ 'ਤੇ 117 ਹਲਕਿਆਂ 'ਚ ਆਪਣੇ ਬਲ 'ਤੇ ਜਿਹੜਾ ਚੋਣਾਂ ਲੜਨ ਦਾ ਟੀਚਾ ਮਿੱਥਿਆ ਐਲਾਨ ਕੀਤਾ ਹੈ। ਖੇਤੀ ਕਾਨੂੰਨਾਂ ਦੇ ਕਰਕੇ ਬੀਜੇਪੀ ਲੀਡਰਸ ਨੇ ਜਿਹੜੇ ਪੰਜਾਬ ਦੇ ਵਿੱਚ, ਉਹਨਾਂ ਨੂੰ ਬੜੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ। ਤੁਸੀਂ ਵੀ ਇਸ ਦਾ ਸ਼ਿਕਾਰ ਹੋ ਚੁੱਕੇ ਹੋ, ਪਰ 2022 ਚੋਣ ਪ੍ਰਚਾਰ ਕਰਨਾ ਬੇਹੱਦ ਜ਼ਰੂਰੀ ਹੋਏਗਾ ਤੇ ਇੱਕ ਚੁਣੌਤੀ ਬਣ ਗਿਆ ਹੈ ਘਰ ਤੋਂ ਬਾਹਰ ਨਿਕਲਣਾ। ਕਿਵੇਂ ਉਸ ਚੁਣੌਤੀ ਨੂੰ ਸਰ ਕਰਨਗੇ? ਅਸੀਂ ਉਹ ਚੁਣੌਤੀ ਸਵੀਕਾਰ ਕੀਤੀ ਆ, ਸਵੀਕਾਰ ਕਰਾਂਗੇ। ਸਾਡੇ ਬਹੁਤ ਡਰਾਇਆ ਗਿਆ, ਕੈਂਡੀਡੇਟਾਂ ਨੂੰ ਖੜੇ ਨਹੀਂ ਹੋਣ ਦਿੱਤਾ ਗਿਆ। ਉਹ ਐਕਚੁਅਲੀ ਕਿਆ ਹੈ, ਉਹ ਰਾਜਨੀਤੀ ਆ, ਕਾਂਗਰਸ ਦੀ ਰਾਜਨੀਤੀ ਆ। ਆਪਣੀ ਸੱਤਾ ਦਾ, ਮਸ਼ੀਨਰੀ ਦਾ, ਸਰਕਾਰੀ ਦਾ ਦੁਰਉਪਯੋਗ ਆ। ਵੋਟਰਾਂ ਨੂੰ ਧਮਕਾਇਆ ਗਿਆ, ਅਸੀਂ ਸਾਰੇ ਖੜੇ ਕੀਤੇ ਆਪਣੇ। ਉਹਦੇ ਬਾਵਜੂਦ ਵੀ ਸਾਡਾ ਬਾਹਰ ਨਿਕਲਣਾ ਬੰਦ ਸੀ। ਸਾਡੇ ਜਦੋਂ ਵੀ ਵੱਡੇ ਲੀਡਰ ਆਏ ਉਹਨਾਂ ਦੇ ਖਲਲ ਪਾਏ ਗਏ, ਉਹਨਾਂ ਦੇ ਪ੍ਰੋਗਰਾਮਾਂ 'ਚ ਅੜਚਨ ਕੀਤੀ ਗਈ। ਬੀਜੇਪੀ ਹਾਰ ਮੰਨਣ ਵਾਲੀ ਪਾਰਟੀ ਨਹੀਂ ਆ। ਜਿੰਨਾ ਸਾਡੇ 'ਤੇ ਦਬਾਅ ਪਊਗਾ ਅਸੀਂ ਓਨੇ ਚਮਕ ਕੇ ਬਾਹਰ ਨਿਕਲੇ ਹਾਂ। ਤੁਸੀਂ ਇਹ ਦੇਖੋ ਕਿ 1984 ਦੇ ਵਿੱਚ ਜਦੋਂ ਸ਼੍ਰੀਮਤੀ ਇੰਦਰਾ ਗਾਂਧੀ ਦਾ ਕਤਲ ਹੋ ਗਿਆ ਤਾਂ ਰਾਜੀਵ ਗਾਂਧੀ ਨੇ ਕਿਹਾ ਸੀ ਜਦੋਂ ਵੱਡਾ ਦਰਖਤ ਡਿੱਗਦਾ ਹੈ ਧਰਤੀ ਹਿਲਦੀ ਆ। ਸਾਰਾ ਹਿੰਦੁਸਤਾਨ ਇੱਕ ਪਾਸੇ ਸੀ। ਭਾਰਤੀ ਜਨਤਾ ਪਾਰਟੀ ਨੇ ਉਸ ਵੇਲੇ ਕਿਹਾ ਗਲਤ ਹੋ ਰਿਹਾ, ਕਤਲੇਆਮ ਗਲਤ ਹੋ ਰਿਹਾ। ਸਾਨੂੰ ਉਹਦਾ ਖਮਿਆਜਾ ਭੁਗਤਣਾ ਪਿਆ। ਸਾਡੀਆਂ 2 ਸੀਟਾਂ ਰਹਿ ਗਈਆਂ ਸੀ, ਪਰ ਲੋਕਾਂ ਨੇ ਰੀਅਲਾਈਜ਼ ਕੀਤਾ ਕਿ ਬੀਜੇਪੀ ਦਾ ਸਟੈਂਡ ਸਹੀ ਸੀਗਾ। ਅਤੇ ਅਟਲ ਬਿਹਾਰੀ ਵਾਜਪਾਈ ਸਾਹਿਬ ਸਾਡੇ ਉਦੋਂ ਮੁਖੀ ਸੀਗੇ। ਉਹ ਕਹਿੰਦੇ ਅਸੀਂ ਦੇਸ਼ ਹਿੱਤ ਤੋਂ ਮਤਲਬ ਪਾਰਟੀ ਦੇ ਹਿੱਤ ਤੋਂ ਵੀ ਉੱਪਰ ਦੇਸ਼ ਹਿੱਤ ਨੂੰ, ਆਪਣੇ ਭਾਈਚਾਰੇ ਨੂੰ ਮਜ਼ਬੂਤ ਕਰਨ 'ਚ ਵਿਸ਼ਵਾਸ ਰੱਖਦੇ ਹਾਂ। ਅਸੀਂ ਨਹੀਂ ਘਬਰਾਉਂਦੇ। ਇੱਦਾਂ ਦੇ ਬੜੇ ਉਤਾਰ ਚੜਾਅ ਦੇਖੇ ਆ। ਅਸੀਂ ਆਤੰਕਵਾਦ ਦੇ ਵਿੱਚ ਪੋਜ਼ੀਟਿਵ ਰੋਲ ਪਲੇ ਕੀਤਾ ਹੈਗਾ। ਬੜੀਆਂ ਧਮਕੀਆਂ ਆਈਆਂ, ਬੜੀਆਂ ਸ਼ਹਾਦਤਾਂ ਬੀਜੇਪੀ ਦੀਆਂ, ਸੰਘ ਦੇ ਲੋਕਾਂ ਦੀਆਂ ਹੋਈਆਂ। ਅਸੀਂ ਨਹੀਂ ਇਸ ਗੱਲ ਤੋਂ ਘਬਰਾਉਂਦੇ। ਅਸੀਂ ਇਹ ਚੁਣੌਤੀ ਨੂੰ ਸਵੀਕਾਰ ਕਰਦੇ ਹਾਂ। ਅਸੀਂ ਸਾਰੇ ਕਾਰਜਕ੍ਰਮ ਕਰ ਰਹੇ ਹਾਂ। ਠੀਕ ਆ, ਪੁਲਿਸ ਦਾ ਪ੍ਰੈਸ਼ਰ ਆ ਔਰ ਉਹ ਪੁਲਿਸ ਖੁਦ ਇਹਦੇ ਵਿੱਚ ਇਨਵੋਲਵਡ ਆ, ਕਿਉਂਕਿ ਉਹਨਾਂ ਨੂੰ ਪੁਲਿਸ ਦੇ ਹੱਥ ਬੰਨੇ ਆ ਸਰਕਾਰ ਨੇ ਵੀ ਤੁਸੀਂ ਬੀਜੇਪੀ ਵਾਲਿਆਂ ਨੂੰ ਕਹੀ ਜਾਣਾ ਛੇਤੀ ਪ੍ਰੋਗਰਾਮ ਖ਼ਤਮ ਕਰੋ, ਪਲੀਜ਼ ਨਾ ਕਰੋ ਪ੍ਰੋਗਰਾਮ। ਅਸੀਂ ਆਪਣੇ ਪ੍ਰੋਗਰਾਮ ਬਿਲਕੁਲ ਕਰ ਰਹੇ ਹਾਂ, ਕਰਾਂਗੇ ਔਰ ਚੁਣਾਵ ਤੱਕ ਬੜੀ ਪਿਕਚਰ ਕਲੀਅਰ ਹੋਊਗੀ। ਲੋਕ ਬੀਜੇਪੀ ਨੂੰ ਚਾਹੁੰਦੇ ਆ। ਪਿਛਲੀ ਵਾਰੀ ਵੀ ਸਾਨੂੰ ਗੱਠਜੋੜ ਕਰਕੇ ਨੁਕਸਾਨ ਹੋਇਆ। ਲੋਕ ਬੀਜੇਪੀ ਨੂੰ ਚਾਹੁੰਦੇ ਆ। 117 ਸੀਟਾਂ 'ਤੇ ਲੜਾਂਗੇ ਔਰ ਜਿੱਤ ਹਾਸਲ ਕਰਾਂਗੇ, ਕਿਉਂਕਿ ਰਾਜਨੀਤੀ 'ਚ ਜਿੱਦਾਂ ਅੱਜ ਲੱਗਦਾ ਤੁਹਾਨੂੰ, ਤੁਸੀਂ ਅੰਦਰ ਲੋਕਾਂ ਦੀ ਫੀਲਿੰਗ ਤਾਂ ਦੇਖੋ। ਲੋਕ ਇਹ ਟੋਲਰੇਟ ਨਹੀਂ ਕਰਦੇ ਬੀਜੇਪੀ ਦੇ ਪ੍ਰੋਗਰਾਮਾਂ ਨੂੰ। ਜੇ ਕੋਈ ਖਰਾਬ ਕਰ ਰਿਹਾ ਤਾਂ ਲੋਕ ਉਹਦਾ ਮਨੋ ਮਨ ਬੁਰਾ ਮਨਾ ਰਹੇ ਆ ਵੀ ਕਿ ਇਹ ਕੈਸਾ ਲੋਕਤੰਤਰ ਆ ਜਿੱਥੇ ਇੱਕ ਪਾਰਟੀ ਨੂੰ ਰੋਕਿਆ ਜਾ ਰਿਹਾ, ਸਿਰਫ ਸਾਰੀਆਂ ਪਾਰਟੀਆਂ ਰਲ ਕੇ। ਸੋ ਇਹਦਾ ਜਿਹੜਾ ਰਿਜ਼ਲਟ ਆ ਉਹ 22 'ਚ ਤੁਹਾਡੇ ਸਾਹਮਣੇ ਆਏਗਾ। ਸਰ, ਦੀਪ ਸਿੱਧੂ ਦੇ ਬਾਰੇ ਮੈਂ ਗੱਲ ਜ਼ਰੂਰ ਕਰਨਾ ਚਾਹਾਂਗੀ। 26 ਜਨਵਰੀ ਹਿੰਸਾ ਮਾਮਲੇ ਦੇ ਵਿੱਚ, ਘਟਨਾਕ੍ਰਮ ਮਾਮਲੇ ਦੇ ਵਿੱਚ ਦੀਪ ਸਿੱਧੂ ਨੂੰ ਗ੍ਰਿਫਤਾਰ ਕੀਤਾ ਗਿਆ ਦਿੱਲੀ ਪੁਲਿਸ ਵੱਲੋਂ ਔਰ ਲਗਾਤਾਰ ਦੀਪ ਸਿੱਧੂ ਨੂੰ RSS ਔਰ ਬੀਜੇਪੀ ਦਾ ਏਜੰਟ ਦੱਸਿਆ ਜਾ ਰਿਹਾ। ਜਿਹੜੀਆਂ ਮਰਜ਼ੀ ਕਹਾਣੀਆਂ ਕੱਢੀ ਜਾਓ ਜੀ। ਇੱਕ ਦੂਜੇ ਨੂੰ ਸਾਰੇ ਲੋਕ ਮਿਲਦੇ ਰਹਿੰਦੇ ਆ। ਜਗ੍ਹਾ ਕਦੀ ਅਸੀਂ ਵੀ ਕਿਤੇ ਕਿਸੇ ਕਾਂਗਰਸੀ ਦੇ ਨਾਲ ਇੱਦਾਂ ਕੋਲ ਬਹਿ ਗਏ ਹੋਗੇ, ਕਦੀ ਕੋਈ RSS ਵਾਲੇ ਦੇ ਕੋਲ ਬਹਿ ਗਿਆ ਹੋਊਗਾ। ਇਹ ਤਾਂ ਸਾਰੀਆਂ ਫਜ਼ੂਲ ਦੀਆਂ ਗੱਲਾਂ ਹੁੰਦੀਆਂ ਜਦ ਤੱਕ ਕੋਈ ਕੌਂਸਪੀਰੇਸੀ ਪ੍ਰੂਵਡ ਨਾ ਹੋਵੇ, ਕੋਈ ਮਤਲਬ ਕੋਈ ਵੀਡੀਓ ਆਡੀਓ, ਕੋਈ ਟੈਲੀਫੋਨਿਕ ਕਾਲਸ ਨਾ ਹੋਣ, ਤਦ ਤੱਕ ਕਿਸੇ ਦੇ ਬਾਰੇ ਇਲਜ਼ਾਮ ਲਾਉਣਾ ਗਲਤ ਆ। ਅਤੇ ਮੈਂ ਇਹਨੂੰ ਬਿਲਕੁਲ ਸਿਰੇ ਤੋਂ ਨਕਾਰਦਾ ਹਾਂ। ਦੀਪ ਸਿੱਧੂ ਦਾ RSS ਬੀਜੇਪੀ ਦੇ ਨਾਲ ਕੋਈ ਤਲਕ ਨਹੀਂ ਹੈ। ਬਹੁਤ ਬਹੁਤ ਸ਼ੁਕਰੀਆ ਸਰ ਸਾਡੇ ਨਾਲ ਜੁੜਨ ਲਈ। ਇਹ ਸਨ ਸਾਡੇ ਨਾਲ ਸਾਬਕਾ ਕੈਬਨਿਟ ਮੰਤਰੀ ਤੀਕਸ਼ਣ ਸੂਦ ਅਤੇ ਭਾਜਪਾ ਦੇ ਸੀਨੀਅਰ ਆਗੂ, ਜਿਨ੍ਹਾਂ ਦੇ ਨਾਲ ਅਸੀਂ ਖੇਤੀ ਕਾਨੂੰਨਾਂ ਦੇ ਮਸਲੇ ਦੇ ਉੱਤੇ ਗੱਲਬਾਤ ਕੀਤੀ ਕਿ ਆਖਿਰਕਾਰ ਅਗਲੀ ਮੀਟਿੰਗ ਕਦੋਂ ਹੋਏਗੀ, ਕਦੋਂ ਆਸ ਪ੍ਰਗਟਾਈ ਜਾਵੇ ਕਿ ਕਿਸਾਨ ਜਥੇਬੰਦੀਆਂ ਦੇ ਨਾਲ ਕੇਂਦਰ ਸਰਕਾਰ ਦੀ ਅਗਲੀ ਮੀਟਿੰਗ ਹੋਵੇ ਔਰ ਖੇਤੀ ਕਾਨੂੰਨਾਂ ਦੇ ਮਸਲੇ ਦਾ ਹੱਲ ਜਲਦ ਤੋਂ ਜਲਦ ਹੋਵੇ। ਔਰ ਪੰਜਾਬ ਦੇ ਵਿੱਚ ਜਿੱਦਾਂ 2022 ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਸਾਰੀਆਂ ਪਾਰਟੀਆਂ ਦੇ ਵੱਲੋਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਔਰ ਬੀਜੇਪੀ ਨੇ ਵੀ ਆਪਣੇ ਬਲ ਦੇ ਉੱਤੇ 117 ਵਿਧਾਨ ਸਭਾ ਹਲਕਿਆਂ ਦੇ ਵਿੱਚ ਚੋਣ ਲੜਨ ਦਾ ਜਿਹੜਾ ਐਲਾਨ ਹੈ ਉਹ ਕੀਤਾ ਸੀ। ਪਰ ਭਾਜਪਾ ਲੀਡਰਾਂ ਦਾ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਘਿਰਾਓ ਹੋ ਰਿਹਾ ਹੈ, ਉਸ ਦੀ ਚੁਣੌਤੀ ਨੂੰ ਵੀ ਤੀਕਸ਼ਣ ਸੂਦ ਕਹਿੰਦੇ ਨੇ ਕਿ ਅਸੀਂ ਸਵੀਕਾਰ ਕਰਦੇ ਹਾਂ ਔਰ ਕਿਸੇ ਵੀ ਵਿਰੋਧ ਤੋਂ ਨਹੀਂ ਡਰਦੇ ਔਰ 117 ਵਿਧਾਨ ਸਭਾ ਹਲਕਿਆਂ ਦੇ ਉੱਤੇ ਜਿਹੜੀਆਂ ਚੋਣਾਂ ਨੇ ਉਹ ਬੀਜੇਪੀ ਲੜੇਗੀ। ਫਿਰ ਹਾਜ਼ਰ ਹੋਵਾਂਗੇ। ਤੁਸੀਂ ਵੇਖਦੇ ਰਹੋ ਪੰਜਾਬ ਸਟਾਰ TV। ਧੰਨਵਾਦ।